असद भाई ए की चीज है ਜਿਹੜਾ ਇਸ ਟਾਈਮ ਤੁਹਾਡੇ ਕੋਲ ਮਸ਼ੀਨ ਪਈ ਹੈ? ਇਹ ਭਾਈ ਚਿਲਰ ਇਹਨੇ ਜੇ ਦੁੱਧ ਫ੍ਰੀਜ਼ ਹੁੰਦਾ ਹੈ। ਇਹ ਚਿਲਰ ਹੈ? ਹਾਂਜੀ। ਚਿਲਰ ਦਾ ਮਤਲਬ ਠੰਡਾ ਕਰਨ ਵਾਲਾ? ਠੰਡਾ ਕਰਨ ਵਾਲਾ ਦੁੱਧ। ਤੇ ਇਹਦੇ ਵਿੱਚ ਤੁਸੀਂ ਸਵੇਰ ਵੀ ਸ਼ਾਮ ਨੂੰ ਦੁੱਧ ਪਾ ਦਿੰਦੇ ਹੋ? ਹਾਂਜੀ, ਸਵੇਰ ਵੀ ਜਿਸ ਟਾਈਮ ਚੋਈ ਦਾ ਵਿੱਚ ਪਾ ਜਿਵੇਂ ਜਿਵੇਂ ਚੁਆਈ ਹੁੰਦੀ ਵਿੱਚ ਪਾਈ ਜਾਈਦਾ, ਸ਼ਾਮ ਟਾਈਮ ਵੀ। ਠੀਕ ਹੋ ਗਿਆ। ਉਹ ਫਿਰ ਉਹਨਾਂ ਦਾ ਦਿਲ ਹੁੰਦਾ ਸਵੇਰ ਆਉਣ ਸਵੇਰ ਲੈ ਜਾਂਦੇ ਤੇ ਸ਼ਾਮ ਨੂੰ ਆ ਕੇ ਲੈ ਜਾਂਦੇ ਨੇ। ਸਹੀ ਹੋ ਗਿਆ। ਤੇ ਇਹ ਚਿਲਰ ਤੁਸੀਂ ਆਪ ਹੀ ਖਰੀਦਿਆ? ਨਹੀਂ ਨਹੀਂ, ਉਹ ਕੰਪਨੀ ਜਿਹੜੇ ਦੁੱਧ ਲੈ ਕੇ ਜਾਂਦੇ ਨੇ ਉਹਨਾਂ ਹੀ ਦਿੱਤਾ ਹੈ। ਅੱਛਾ, ਜਿਹੜੇ ਦੁੱਧ ਤੁਹਾਡੇ ਕੋਲ ਪੱਕੇ ਲੱਗੇ ਨੇ ਬੰਦੇ ਉਹਨਾਂ ਨੇ ਤੁਹਾਨੂੰ ਚਿਲਰ ਦਿੱਤਾ? ਉਹਨਾਂ ਦੀ ਤਰਫੋਂ ਹੀ ਹੈ। ਸਹੀ ਹੋ ਗਿਆ। ਔਰ ਇਹ ਆਈ ਥਿੰਕ ਬਾਹਰ ਦਾ ਬਣਿਆ, ਪਾਕਿਸਤਾਨੀ ਤਾਂ ਨਹੀਂ? ਹਾਂਜੀ, ਯੂਨੀਟੈਕ ਕੰਪਨੀ ਹੈ ਬਾਹਰ ਦੀ ਹੈ। ਯੂਨੀਟੈਕ ਟੈਕ ਯੂਨੀਟੈਕ ਕੰਪਨੀ ਹੈ ਜੀ, ਇਹ ਬਾਹਰ ਦੀ ਕੰਪਨੀ। ਉਹ ਚਿਲਰ ਜਰਾ ਅੰਦਰੋਂ ਵਿਖਾਇਓ। ਇਹਦੀ ਕੀ ਮਤਲਬ ਕੀ ਟੈਂਪਰੇਚਰ ਇਹਦਾ ਕੀ ਹੁੰਦਾ ਹੈ? ਟੈਂਪਰੇਚਰ ਮਾਈਨਸ ਤੇ ਚਲਾ ਜਾਂਦਾ ਤੇ ਇਹ ਮਧਾਨੀ ਹੈ ਵੇਖ ਦੁੱਧ ਦੇ ਵਿੱਚ ਗਈ ਹੈ, ਘੁੰਮਣ ਲੱਗ ਜਾਏਗੀ। ਜੀ ਜੀ ਜੀ, ਇਹ ਘੁੰਮ ਰਹੀ ਹੈ। ਅੱਛਾ, ਅਗਰ ਇਹਦਾ ਕੀ ਫੰਕਸ਼ਨ ਹੈ ਜਿਹੜੀ ਘੁੰਮਦੀ? ਇਹ ਦੁੱਧ ਨਹੀਂ ਜੰਮਣ ਦਿੰਦੀ। ਇਹ ਟੈਂਪਰੇਚਰ ਮਾਈਨਸ ਤੇ ਹੁੰਦਾ, ਜੇ ਇਹ ਘੁੰਮਣਾ ਤੇ ਦੁੱਧ ਵੇਖੋ ਨਾ ਹੁਣ ਬੰਦ ਹੋ ਗਈ ਹੈ, ਇੰਜ ਰਵੇਗੀ ਤੇ ਦੁੱਧ ਜੰਮ ਜਾਏਗਾ ਥੱਲੇ। ਅੱਛਾ, ਯਾਨੀ ਅਗਰ ਇਹ ਮਧਾਨੀ ਜਿਹੜੀ ਹੈ ਇਹ ਚੱਲੇ ਦੀ ਨਹੀਂ ਤੇ ਦੁੱਧ ਜੰਮ ਜਾਏਗਾ? ਦੁੱਧ ਜੰਮ ਜਾਏਗਾ। ਹਾਂਜੀ। ਤੇ ਇਹਦਾ ਫਾਇਦਾ ਕੀ ਜੇ ਚਿਲਰ ਜੀ? ਚਿਲਰ ਦਾ ਫਾਇਦਾ ਹੈ ਜਿਸ ਟਾਈਮ ਮਰਜ਼ੀ ਚੁਵਾਈ, ਕੋਈ ਟਾਈਮ ਦਾ ਨਹੀਂ ਮਸਲਾ ਹੈ। ਅੱਛਾ, ਜਿਸ ਟਾਈਮ ਮਰਜ਼ੀ ਚੁਵਾਈ ਕਰੋ ਵਿੱਚ ਪਾ ਦੋ ਦੁੱਧ। ਯਾਨੀ ਜਿਹੜੇ ਲੋਕ ਸਾਡੇ ਭਰਾ ਆ ਕਹਿੰਦੇ ਨੇ ਕਿ ਸਾਡਾ ਦੁੱਧ ਜ਼ਾਇਆ ਹੁੰਦਾ ਹੈ। ਹਾਂਜੀ ਬਿਲਕੁਲ, ਇਹਦੇ ਤੇ ਇੱਕ ਕਤਰਾ ਵੀ ਦੁੱਧ ਜ਼ਾਇਆ ਨਹੀਂ? ਕਤਰਾ ਵੀ ਨਹੀਂ ਜ਼ਾਇਆ ਹੁੰਦਾ। ਔਰ ਮਤਲਬ ਕਿੰਨੇ ਦਿਨ ਤੱਕ ਪਿਆ ਰਹੇ ਤੇ ਕੋਈ ਮਸਲਾ ਨਹੀਂ? ਕੋਈ ਭਾਵੇਂ ਹਫਤਾ ਪਿਆ ਰਹੇ ਕੋਈ ਮਸਲਾ ਨਹੀਂ ਹੈ। ਕੀ ਬਾਤ ਹੈ, ਕੀ ਬਾਤ ਹੈ, ਕੀ ਬਾਤ ਹੈ। ਔਰ ਕਰੋਨਾ ਦੇ ਦਿਨਾਂ ਵਿੱਚ ਤੇ ਤੁਹਾਨੂੰ ਬਿਲਕੁਲ ਇਸ਼ੂ ਨਹੀਂ ਆਇਆ? ਕੋਈ ਪ੍ਰੋਬਲਮ ਨਹੀਂ ਹੋਈ ਸਾਨੂੰ। ਜ਼ਬਰਦਸਤ। ਤੇ ਫਿਲ ਹੋਣ ਤੋਂ ਪਹਿਲੇ ਲੈ ਜਾਂਦੇ ਨੇ? ਮਤਲਬ ਹੁਣ ਸਵੇਰ ਦਾ ਤੇ ਸ਼ਾਮ ਦਾ ਹੋਣੇ, ਸਵੇਰ ਫਸਟ ਟਾਈਮ ਆ ਕੇ 5 ਵਜੇ ਲੈ ਜਾਣਗੇ। ਠੀਕ ਹੈ, ਯਾਨੀ 24 ਘੰਟੇ ਤੋਂ ਇੱਕ ਚੱਕਰ ਲਾ ਲਓ? ਹਾਂਜੀ, ਇੱਕ ਚੱਕਰ ਲਾਜ਼ਮੀ ਲਾਉਂਦੇ ਨੇ। ਠੀਕ ਹੋ ਗਿਆ, ਜ਼ਬਰਦस्त ਜੀ, ਬਹੁਤ ਅੱਛੀ ਚੀਜ਼ ਹੈ और बड़ी यूनिक और नवी चीज तुहां दसी है। बिल्कुल जी, बहुत फायदेमंद है। क्या बात है। असद भैया कितने पैसे बने? 4.5 ਲੱਖ रुपया बन गया। 4.5 ਲੱਖ एक महीने ਦੀ ਇਨਕਮ ਆ ਰਹੀ ਹੈ? ਬਿਲकुल। ਇਹਦੇ ਚ ਲਾਗਤ ਕਿੰਨੀ ਹੈ ਔਰ ਬਚਤ ਕਿੰਨੀ ਹੈ? ਲਾਗਤ ਤਕਰੀਬਨ ਜ਼ਿਆਦਾ बेहतरीन करो तो फिर ਤੁਹਾਡਾ ਜ਼ਿਆਦਾ ਤੋਂ ਜ਼ਿਆਦਾ 1.5 ਲੱਖ रुपया ਹੋਏਗਾ ਲਾਗਤ। ਤੇ ਬਚਤ ਕਿੰਨੀ ਆ ਗਈ ਫਿਰ? 3 ਲੱਖ रुपया ਬਚਤ ਆ ਗਈ। ਅਗਰ ਸਾਨੂੰ ਇੱਕ ਮਹੀਨੇ ਦੀ 3 ਲੱਖ ਬਚਤ ਆਂਦੀ ਹੈ? ਬਿਲकुल। ਤੇ ਇਹਦਾ ਮਤਲਬ ਹੈ ਕਿ ਇਹ ਪੈਸੇ ਸਾਡੇ ਸਾਲ ਵਿੱਚ ਪੂਰੇ ਹੋ ਜਾਂਦੇ ਨੇ। ਔਰ ਬਾਕੀ ਜੋ ਵੀ ਅਸੀਂ ਬਣਾਇਆ ਹੈ ਉਹ ਸਭ ਕੁਝ ਬਚਤ ਦੇ ਵਿੱਚ। ਬਚਤ ਭਾਈ ਉਹਨਾਂ ਲੋਕਾਂ ਨੂੰ ਤੁਸੀਂ ਕੰਮ ਸਿਖਾਣਾ ਜਿਹੜੇ ਘਰ ਬਹਿ ਰਹੇ ਨੇ ਫਾਰਗ ਔਰ ਬਾਹਰ ਬਹਿ ਰਹੇ ਨੇ ਫਾਰਗ, ਜਾਂ ਉਹ ਬਾਹਰ ਬਹਿ ਕੇ ਸੋਚਦੇ ਨੇ ਕਿ ਸਾਡੇ ਕੋਲ ਪੈਸਾ ਹੈ ਅਸੀਂ ਪਾਕਿਸਤਾਨ 'ਚ ਜਾਣਾ ਹੈ, ਜਾਂ ਪਾਕਿਸਤਾਨ ਵਿੱਚ ਰਹਿ ਕੇ ਸੋਚਦੇ ਨੇ ਕਿ ਅਸੀਂ ਕਿਹੜਾ ਕਾਰੋਬਾਰ ਕਰੀਏ ਜਿਹੜਾ ਸਦਾ ਬਹਾਰ ਹੋਏ, ਕਰੋਨਾ ਜੈਸੇ ਵਬਾਈ ਦੌਰ ਵਿੱਚ ਵੀ ਸਾਡਾ ਕਾਰੋਬਾਰ ਬੰਦ ਨਾ ਹੋਏ, ਤੇ ਉਹਨਾਂ ਨੂੰ ਕੀ ਮਸ਼ਵਰਾ ਦਵੋਗੇ? ਵੇਖੋ ਨਾ, 10 ਮੱਝਾਂ ਤੁਸੀਂ ਖਰੀਦਦੇ ਹੋ ਤਕਰੀਬਨ 20-25 ਲੱਖ ਤੱਕ ਮਿਲ ਜਾਂਦੀਆਂ ਨੇ, ਬਿਹਤਰੀਨ ਅੱਛੀ ਨਸਲ ਦੀਆਂ। ਠੀਕ ਹੈ। ਉਹਨਾਂ ਦਾ ਦੁੱਧ ਬਣ ਜਾਂਦਾ 150 ਲੀਟਰ। ਉਹ ਤਕਰੀਬਨ ਤੁਹਾਡਾ 4.5 ਤੇ ਰੇਟ ਦਾ ਹਿਸਾਬ ਹੁੰਦਾ ਹੈ, ਤਕਰੀਬਨ ਮੋਸਟਲੀ 100 ਰੁਪਇਆ ਰੇਟ ਹੈ ਹੁਣ ਜੀ। ਉਹ ਤਕਰੀਬਨ ਤੁਹਾਡਾ 4.5 ਲੱਖ ਰੁਪਇਆ ਬਣ ਜਾਂਦਾ, ਤੁਹਾਡਾ ਖਰਚਾ ਚੋਖਾ ਵੀ ਆਇਆ ਤੇ 1.5 ਲੱਖ ਰੁਪਇਆ ਆ ਜਾਏਗਾ। ਠੀਕ ਹੈ। ਬੰਦਿਆਂ ਦਾ ਖਰਚਾ ਮਤਲਬ ਜਾਨਵਰ ਦਾ ਸੈਲਜ ਵੰਡਾ ਸਭ ਕੁਝ ਬਿਜਲੀ ਸਭ ਕੁਝ ਲਾ ਗਏ ਜੀ, ਉਹ 3 ਲੱਖ ਰੁਪਇਆ ਬਚਤ ਆ ਗਈ। ਉਹ ਤੁਹਾਡੇ 7-8 ਮਹੀਨੇ ਤੁਹਾਡੇ ਉਹ ਜਿਹੜਾ ਜਾਨਵਰ ਦਾ ਖਰਚਾ ਜਾਨਵਰ ਖਰੀਦਦੇ ਨੇ ਉਹ ਸਭ ਪੈਸੇ ਤੁਹਾਡੇ ਪੂਰੇ ਹੋ ਜਾਣੇ। ਠੀਕ ਹੈ। ਤੇ ਜਾਨਵਰ ਜਿਹੜਾ ਜਾਨਵਰ ਖਰੀਦਦਾ ਉਹ ਸਮਝੋ ਤੁਹਾਡੀ ਬਚਤ ਹੀ ਬਚਤ ਹੈ ਉਵੇਂ ਸਾਰੀ। ਅੱਛਾ ਸਦ ਭਈਆ ਦੱਸੋ ਕਿ ਇਸ ਟਾਈਮ ਤੁਹਾਡੇ ਡੇਰੇ ਤੇ ਜਿਹੜੀ ਜਗ੍ਹਾ ਵੇ ਕਵਰਡ, ਜਿਸ ਤਰ੍ਹਾਂ ਇਹ ਸਾਨੂੰ ਬਰਾਂਡਾ ਨਜ਼ਰ ਆ ਰਿਹਾ, ਇੱਕ ਉਹ ਸਾਹਮਣੇ ਵੀ ਸਾਨੂੰ ਸ਼ੈੱਡ ਨਜ਼ਰ ਆ ਰਿਹਾ, ਜਿਹੜੀ ਇਹ ਕਵਰਡ ਜਗ੍ਹਾ ਵੇ ਇਹ ਕਿੰਨੀ ਹੈ? 1 ਏਕੜ ਜੀ ਸਾਰੀ। ਉਹ ਤੁਸੀਂ ਦੂਸਰੀ ਹਵੇਲੀ ਵੇਖੀ ਹੈ? ਠੀਕ ਹੈ। ਉਹ ਜਿਹੜਾ ਬਾਹਰ ਤੁਸੀਂ ਬਣਾਇਆ ਜਿੱਥੇ ਦਰਖਤ ਲੱਗੇ ਨੇ ਉਹ ਜਾਨਵਰ ਕੱਚਾ ਬਣਾਇਆ ਤੇ ਸਾਰਾ ਸੋਲੰਗ ਵਾਲਾ ਹੈ। ਠੀਕ ਹੈ। ਇੱਥੇ ਥੱਲੇ ਜਿਹੜਾ ਨਾ ਇੱਟਾਂ ਲੱਗੀਆਂ ਨੇ? ਹਾਂਜੀ। ਜ਼ਬਰਦਸਤ। ਔਰ ਉਹ ਜਿਹੜੀ ਜਗ੍ਹਾ ਵੇ ਉਹ ਓਪਨ ਰੱਖੀ ਹੈ ਤੁਸੀਂ? ਉੱਥੇ ਕਿੰਨੀ ਦੇਰ ਡੰਗਰ ਰੱਖਦੇ ਹੋ, ਇੱਥੇ ਕਿੰਨੀ ਦੇਰ ਰੱਖਦੇ ਹੋ? ਇੱਥੇ ਬਾਅਦ ਜਦ ਚੁਵਾਈ ਕਰੀ ਜੇ ਜਾਨਵਰ ਨੂੰ ਚੋਣਾ ਹੋਏ ਉਸ ਟਾਈਮ ਬੰਨੀ ਤੇ ਬਾਕੀ ਸਾਰਾ ਦਿਨ ਖੁੱਲਾ ਰਹਿੰਦਾ ਹੈ। ਠੀਕ ਹੈ। ਤੇ ਜਿਹੜੀ ਤੁਸੀਂ 36 ਜਗ੍ਹਾ ਉਹ ਕਿੰਨੀ ਹੈ, ਮਤਲਬ ਉਹ ਢਾਰਾ ਕਿੰਨਾ ਤੇ ਲੰਬਾਈ ਚੌੜਾਈ ਹੈ ਕਿੰਨਾ ਢਾਰਾ ਲੰਬਾਈ ਚੌੜਾਈ? ਇੱਕ ਕਨਾਲ ਹੈ ਵੇ। ਠੀਕ ਹੈ। ਹਾਂਜੀ। ਇਹਨੇ ਅਗਰ ਦਾ ਡਾਇਮੀਟਰ ਵੇਖੀਏ ਤਾਂ ਕਨਾਲ ਇੱਕ ਬਣ ਜਾਂਦਾ। ਹਾਂਜੀ। ਸਾਰੇ ਡੰਗਰ ਪੂਰੇ ਆਈ ਜਾਂਦੇ ਨੇ? ਬਿਲਕੁਲ ਆ ਜਾਂਦੇ ਨੇ। ਸਰਦੀਆਂ ਗਰਮੀਆਂ ਈਜ਼ੀ ਹੈ? ਇਹਨਾਂ ਜ਼ਰੂਰਤ ਨਹੀਂ, ਬੋੜਾਂ ਥੱਲੇ ਟੁਰ ਜਾਂਦੇ ਨੇ। ਅੱਛਾ, ਸਰਦੀਆਂ 'ਚ? ਹਾਂਜੀ, ਇਹਨਾਂ ਜ਼ਰੂਰਤ ਹੀ ਨਹੀਂ ਪੈਂਦੀ ਹੈ ਬੰਨਣ ਦੀ ਅੰਦਰ। ਅੱਛਾ। ਹਾਂਜੀ। ਤੇ ਗਰਮੀਆਂ ਵਿੱਚ ਵੀ ਉਹ ਓਪਨ ਹੀ ਹੈ ਜ਼ਿਆਦਾ? ਗਰਮੀਆਂ ਤੁਹਾਨੂੰ ਪਤਾ ਉਹ ਤਲਾਬ ਵੀ ਤੁਸੀਂ ਵਹਾਇਆ ਇਹਨਾਂ ਨੂੰ ਜੀ ਜੀ ਨਾਜ਼ਰੀਨ ਨੂੰ। ਠੀਕ ਹੈ। ਤੇ ਉੱਥੋਂ ਨਿਕਲ ਪਾਣੀ ਤੋਂ ਛਾਂ ਵਿੱਚ ਚਲੇ ਜਾਂਦੇ ਨੇ। ਉਹ ਆਪਣੀ ਉੱਥੇ ਤੁਸੀਂ ਖੁੱਲੇ ਰੱਖਦੇ ਹੋ? ਹਾਂਜੀ, ਬਸ ਸਵੇਰ 1 ਘੰਟਾ ਬਣੀ ਤੇ ਸ਼ਾਮ ਟਾਈਮ 1 ਘੰਟਾ ਬਣੀ ਦਾ ਚੁਵਾਈ ਟਾਈਮ ਬਸ। ਠੀਕ ਹੋ ਗਿਆ, ਠੀਕ ਹੋ ਗਿਆ। ਅੱਛਾ ਇਹ ਦੱਸੋ ਕਿ ਤੁਸੀਂ ਕਿਹਾ ਕਿ ਇਹਨਾਂ ਨੂੰ ਅਸੀਂ ਖੁੱਲਾ ਰੱਖਨੇ ਆ, ਖੁੱਲੇ ਰੱਖਣ ਨਾਲ ਜਾਨਵਰ ਦੀ ਪ੍ਰੋਡਕਸ਼ਨ ਦੁੱਧ ਦੀ ਵੱਧ ਜਾਂਦੀ ਹੈ? ਬਹੁਤ ਜ਼ਿਆਦਾ ਫਰਕ ਪੈ ਰਿਹਾ ਜਾਨਵਰ ਦਾ। ਅੱਛਾ। ਹਾਂਜੀ। ਜਿਹਨੂੰ ਬੰਨ ਛੱਡਣਾ ਹੈ ਉਹਨੂੰ ਉਹ ਅਗਰ 10 ਕਿਲੋ ਦਿੰਦੀ ਹੈ ਤੇ ਖੁੱਲਾ ਕਿੰਨੇ ਦੇਗੀ?
ਉਹ ਸਮਝੋ ਪਾਣੀ ਖੁੱਲਾ ਪੀਣਾ, ਉਹਨੇ ਪਾਣੀ ਜਿਸ ਟਾਈਮ ਸੈਲੇਜ ਖਾਣਾ ਹੈ ਤੇ ਪਾਣੀ ਉਹਨੂੰ ਜ਼ਿਆਦਾ ਤਲਬ ਹੁੰਦੀ ਹੈ। ਠੀਕ ਹੈ। ਪਾਣੀ ਜਿਸ ਟਾਈਮ ਜ਼ਿਆਦਾ ਪੀਣਾ ਤੇ ਐਵਰੇਜ ਦਾ ਫਰਕ ਪੈ ਜਾਂਦਾ, 1-2 ਕਿਲੋ ਦਾ ਫਰਕ ਪੈ ਜਾਂਦਾ। ਜ਼ਬਰਦਸਤ ਜ਼ਬਰਦਸਤ। ਔਰ ਜਾਨਵਰ ਵੀ ਖੁਸ਼? ਹਾਂਜੀ ਠੀਕ ਹੋ ਗਿਆ। ਜਾਨਵਰ ਜਿਹੜਾ ਖੁੱਲਾ ਹੋਏਗਾ ਉਹ ਜ਼ਿਆਦਾ ਸਿਹਤਮੰਦ ਵੀ ਹੋਏਗਾ। ਜਿਹੜਾ ਬੰਨੇ ਜਾਨਵਰ ਨਾਲ ਨਾ ਜੀ ਉਹ ਖੁੱਲਾ ਜਾਨਵਰ ਜ਼ਿਆਦਾ ਸਿਹਤਮੰਦ ਹੁੰਦਾ ਹੈ। ਇੰਨੀਆਂ ਮੱਝਾਂ ਵਿੱਚ ਤੁਸੀਂ ਬਰੀਡਰ ਯਾਨੀ ਝੋਟੇ ਕਿੰਨੇ ਰੱਖੇ ਨੇ? ਇੱਕ ਝੋਟਾ ਰੱਖਿਆ। ਕਿਹੜੀ ਨਸਲ ਦਾ? ਨੀਲੀ ਦਾ। ਠੀਕ ਹੈ। ਤੇ ਜਿਹੜੀਆਂ ਤੁਹਾਡੇ ਅੱਗੇ ਕੱਟੀਆਂ ਕੱਟੇ ਪੈਦਾ ਹੁੰਦੇ ਨੇ ਅੱਗੋਂ, ਉਹਨਾਂ ਨੂੰ ਤੁਸੀਂ ਆਪ ਹੀ ਪਾਲਦੇ ਹੋ ਜਾਂ ਸੇਲ ਕਰ ਛੱਡਦੇ ਹੋ? ਆਪੇ ਹੀ ਪਾਲੀਦਾ। ਤੇ ਇਹ ਜਿਹੜੇ ਤੁਹਾਡੇ 100 ਜਾਨਵਰ ਆਲਮੋਸਟ ਨਜ਼ਰ ਆ ਰਹੇ ਨੇ, ਇਹਨਾਂ ਵਿੱਚ ਘਰ ਦੀ ਬਰੀਡ ਕਿੰਨੀ ਹੈ? ਸਭ ਘਰ ਦੀ ਬਰੀਡ, ਬਾਹਰ ਦੀ ਇੱਕ ਵੀ ਨਹੀਂ। ਕਿੰਨੇ ਜਾਨਵਰ ਕਿੰਨੇ ਨੇ? ਸਭ ਘਰ ਦੇ ਹੀ ਨੇ। ਅੱਛਾ। ਤੇ ਜੇ ਜ਼ਰੂਰਤ ਦੁੱਧ ਦੀ ਐਵਰੇਜ ਘਟ ਜੇ ਫਿਰ ਖਰੀਦੀ ਦਾ, ਉਂਝ ਨਹੀਂ ਤੇ ਵਰਨਾ ਨਹੀਂ ਜ਼ਰੂਰਤ ਨਹੀਂ ਪੈਂਦੀ। ਔਰ ਉਹ ਵੀ ਕਦੀ ਕਦਾਈ। ਹਾਂਜੀ। ਤੇ ਘਰ ਦੇ ਮਤਲਬ ਕੀ ਹੈ, ਤੁਸੀਂ ਜੱਦੀ ਪੁਸ਼ਤੀ ਬਾਪ ਦਾਦਾ ਤੋਂ ਚੱਲਦਾ ਕਾਰੋਬਾਰ ਸਾਡਾ ਹੈ। ਠੀਕ ਹੋ ਗਿਆ, ਜ਼ਬਰਦਸਤ। ਅੱਛਾ, ਇਸ ਕੰਮ ਦੇ ਵਿੱਚ ਰਿਸਕ ਕਿੰਨਾ ਹੈ? ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਕਾਰੋਬਾਰ ਕਰਨਾ ਚਾਹੁੰਦੇ ਨੇ। ਅਸੀਂ ਨਾਜ਼ਰੀਨ ਨੂੰ ਇਹ ਦੱਸਦੇ ਰਹਿੰਦੇ ਹਾਂ ਕਿ ਫਲਾਣਾ ਕਾਰੋਬਾਰ ਕਰੋ, ਇਹ ਵੀ ਕਰੋ, ਇਹ ਵੀ ਕਰੋ। ਇਸ ਕਾਰੋਬਾਰ ਨੂੰ ਤੁਸੀਂ ਕਿਸ ਤਰ੍ਹਾਂ ਡਿਫਾਈਨ ਕਰੋਗੇ, ਕਿਸ ਤਰ੍ਹਾਂ ਇਹਦੀ ਤੁਸੀਂ ਵਜ਼ਾਹਤ ਕਰੋਗੇ? ਦੇਖੋ ਨਾ, ਇੱਕ ਤੇ ਦੁੱਧ ਦੀ ਤੁਹਾਨੂੰ ਬਚਤ ਆ ਜਾਏਗੀ। ਠੀਕ ਹੈ। ਦੂਸਰਾ ਕੋਈ ਜਾਨਵਰ ਮਤਲਬ ਕੱਟੀ ਦਿੰਦਾ, ਕੱਟਾ ਦੇਣਾ, ਉਹ ਤੁਹਾਨੂੰ ਸਮਝੋ ਤੁਹਾਡੀ ਵੱਖਰੀ ਬਚਤ ਹੈ। ਐ ਨਹੀਂ ਸਮਝੋ ਤੁਹਾਡੀ ਕਮੇਟੀ ਹੋ। ਬਿਲਕੁਲ ਸਹੀ। ਹਾਂਜੀ। ਤੇ ਉਧਰੋਂ ਹੋ ਗਿਆ। ਔਰ ਗੋਸ਼ਤ ਪਰਪਸ ਜਿਹੜੀ ਕੱਟਾ ਜਿਹੜਾ ਉਹ ਤੁਹਾਡਾ ਗੋਸ਼ਤ ਪਰਪਸ ਵਾਸਤੇ ਵੀ ਹੈ। ਇਹ ਕੰਮ ਸਦਾ ਬਹਾਰ ਹੈ। ਬਿਲਕੁਲ ਸਦਾ ਬਹਾਰ ਹੈ। ਇਹਦੇ ਚ ਲਾਸ ਦਾ ਰਿਸਕ, ਲਾਸ ਦੇ ਚਾਂਸਸ ਕਿੰਨੇ ਨੇ? ਬਹੁਤ ਕਮ ਨੇ। ਮਤਲਬ ਜਾਨਵਰ ਬਿਮਾਰ ਹੋ ਜਾਏ, ਮਰ ਜਾਏ, ਫਿਰ ਹੀ ਲਾਸ ਹੋ ਸਕਦਾ, ਅਦਰਵਾਈਜ਼ ਲਾਸ ਨਹੀਂ ਹੋ ਸਕਦਾ। ਠੀਕ ਹੋ ਗਿਆ, ਜ਼ਬਰਦਸਤ ਜ਼ਬਰਦਸਤ। ਯਾਨੀ ਜਿਸ ਤਰ੍ਹਾਂ ਲੋਕ ਮੁਰਗੀਆਂ ਰੱਖਦੇ ਨੇ, ਬੱਕਰੀਆਂ ਰੱਖਦੇ ਨੇ, ਉਹਦੇ ਚ ਮੋਰਟੈਲਿਟੀ ਰੇਟ ਬਹੁਤ ਜ਼ਿਆਦਾ ਹੈ। ਬਹੁਤ ਜ਼ਿਆਦਾ। ਯਾਨੀ ਬੱਕਰੀਆਂ ਵੀ ਬੜੀਆਂ ਮਰਦੀਆਂ ਨੇ ਔਰ ਮੁਰਗੀਆਂ ਵੀ ਬੜੀਆਂ ਮਰਦੀਆਂ ਨੇ। ਇਹਦੇ ਵਿੱਚ ਮੋਰਟੈਲਿਟੀ ਰੇਟ ਬਹੁਤ ਘੱਟ ਹੈ, ਬਹੁਤ ਕਮ ਹੈ। ਜ਼ਬਰਦਸਤ। ਠੀਕ ਹੋ ਗਿਆ। ਔਰ ਇਹ ਸਦਾ ਬਹਾਰ ਕੰਮ ਹੈ। ਸਦਾ ਬਹਾਰ। ਹੁਣ ਤੁਸੀਂ ਅਸਦ ਭਾਈ ਮਾਸ਼ਾਅੱਲਾ ਬੜੀ ਖੂਬਸੂਰਤ ਗੁਫ਼ਤਗੂ ਕਰ ਰਹੇ ਹੋ। ਉਮੀਦ ਹੈ ਸਾਡੇ ਨਾਜ਼ਰੀਨ ਨੂੰ ਤੁਹਾਡੀ ਗੁਫ਼ਤਗੂ ਪਸੰਦ ਆਏਗੀ। ਉਹਨਾਂ ਲੋਕਾਂ ਨੂੰ ਜਿਹੜੇ ਘਰ ਬਹਿ ਕੇ ਸੋਚਣ ਡੇ ਨੇ ਜਾਂ ਬਾਹਰ ਬਹਿ ਕੇ ਸੋਚਣ ਡੇ ਨੇ ਅਸੀਂ ਇਹ ਕਾਰੋਬਾਰ ਕਰਨਾ ਹੈ, ਉਹਨਾਂ ਨੂੰ ਤੁਸੀਂ ਕੰਮ ਸਮਝਾਣਾ ਹੈ ਔਰ ਉਹਨਾਂ ਨੂੰ ਇੱਕ ਪਲਾਨ ਬਣਾ ਕੇ ਦੇਣਾ ਹੈ ਕਿ ਬਈ ਅਗਰ ਤੁਸੀਂ ਕਾਰੋਬਾਰ ਕਰਨਾ ਚਾਹੁੰਦੇ ਹੋ ਤੇ ਕਿਸ ਲੈਵਲ ਤੋਂ ਕਰਨ, ਕਿਸ ਤਰ੍ਹਾਂ ਦੇ ਜਾਨਵਰ ਲੈਣ ਔਰ ਉਹਦੇ ਬਾਅਦ ਉਹ ਕਿੰਨੀ ਮਿਕਦਾਰ ਚ ਲੈਣ ਤੇ ਉਹਨਾਂ ਦਾ ਕਾਰੋਬਾਰ ਚੱਲ ਪਏਗਾ। ਕੋਈ ਵੀ ਕਾਰੋਬਾਰ ਕਰਨਾ, ਇਨਵੈਸਟ ਕਰਨਾ ਪੈਣਾ। ਬਿਲਕੁਲ ਠੀਕ। ਤੁਸੀਂ 10 ਮੱਝਾਂ ਲਿਆਉਂਦੇ ਹੋ 3 ਲੱਖ ਦੀਆਂ, ਮਤਲਬ ਐਵਰੇਜ ਮੱਝ ਦੀ ਹੁੰਦੀ ਹੈ 15 ਕਿਲੋ ਇੱਕ ਮੱਝ ਦੀ ਐਵਰੇਜ ਹੁੰਦੀ ਹੈ ਜੀ। ਉਹ ਤੁਹਾਡਾ ਤਕਰੀਬਨ 100 ਰੁਪਏ ਨਾਲ ਜ਼ਰਬ ਦੇਈਏ 3 ਲੱਖ ਰੁਪਇਆ ਬਣ ਜਾਂਦਾ। ਠੀਕ ਹੈ। ਅਸਦ ਭਾਈ, ਉਹਨਾਂ ਲੋਕਾਂ ਨੂੰ ਤੁਸੀਂ ਕੰਮ ਸਿਖਾਣਾ ਜਿਹੜੇ ਘਰ ਬਹਿ ਰਹੇ ਨੇ ਫਾਰਗ ਔਰ ਬਾਹਰ ਬਹਿ ਰਹੇ ਨੇ ਫਾਰਗ, ਜਾਂ ਉਹ ਬਾਹਰ ਬਹਿ ਕੇ ਸੋਚਦੇ ਨੇ ਕਿ ਸਾਡੇ ਕੋਲ ਪੈਸਾ ਹੈ, ਅਸੀਂ ਪਾਕਿਸਤਾਨ 'ਚ ਜਾਣਾ ਹੈ, ਜਾਂ ਪਾਕਿਸਤਾਨ ਵਿੱਚ ਰਹਿ ਕੇ ਸੋਚਦੇ ਨੇ ਕਿ ਅਸੀਂ ਕਿਹੜਾ ਕਾਰੋਬਾਰ ਕਰੀਏ ਜਿਹੜਾ ਸਦਾ ਬਹਾਰ ਹੋਏ, ਕਰੋਨਾ ਜੈਸੇ ਵਬਾਈ ਦੌਰ ਵਿੱਚ ਵੀ ਸਾਡਾ ਕਾਰੋਬਾਰ ਬੰਦ ਨਾ ਹੋਏ, ਤੇ ਉਹਨਾਂ ਨੂੰ ਕੀ ਮਸ਼ਵਰਾ ਦਵੋਗੇ? ਵੇਖੋ ਨਾ, 10 ਮੱਝਾਂ ਤੁਸੀਂ ਖਰੀਦਦੇ ਹੋ ਤਕਰੀਬਨ 20-25 ਲੱਖ ਤੱਕ ਮਿਲ ਜਾਂਦੀਆਂ ਨੇ, ਬਿਹਤਰੀਨ ਅੱਛੀ ਨਸਲ ਦੀਆਂ। ਠੀਕ ਹੈ। ਉਹਨਾਂ ਦਾ ਦੁੱਧ ਬਣ ਜਾਂਦਾ 150 ਲੀਟਰ। ਉਹ ਤਕਰੀਬਨ ਤੁਹਾਡਾ 4.5 ਤੇ ਰੇਟ ਦਾ ਹਿਸਾਬ ਹੁੰਦਾ ਹੈ, ਤਕਰੀਬਨ ਮੋਸਟਲੀ 100 ਰੁਪਇਆ ਰੇਟ ਹੈ ਹੁਣ ਜੀ। ਉਹ ਤਕਰੀਬਨ ਤੁਹਾਡਾ 4.5 ਲੱਖ ਰੁਪਇਆ ਬਣ ਜਾਂਦਾ, ਤੁਹਾਡਾ ਖਰਚਾ ਚੋਖਾ ਵੀ ਆਇਆ ਤੇ 1.5 ਲੱਖ ਰੁਪਇਆ ਆ ਜਾਏਗਾ। ਠੀਕ ਹੈ। ਬੰਦਿਆਂ ਦਾ ਖਰਚਾ ਮਤਲਬ ਜਾਨਵਰ ਦਾ ਸੈਲਜ, ਵੰਡਾ, ਸਭ ਕੁਝ, ਬਿਜਲੀ, ਸਭ ਕੁਝ ਲਾ ਗਏ ਜੀ, ਉਹ 3 ਲੱਖ ਰੁਪਇਆ ਬਚਤ ਆ ਗਈ। ਉਹ ਤੁਹਾਡੇ 7-8 ਮਹੀਨੇ ਤੁਹਾਡੇ ਉਹ ਜਿਹੜਾ ਜਾਨਵਰ ਦਾ ਖਰਚਾ, ਜਾਨਵਰ ਖਰੀਦੇ ਨੇ, ਉਹ ਸਭ ਪੈਸੇ ਤੁਹਾਡੇ ਪੂਰੇ ਹੋ ਜਾਣੇ। ਠੀਕ ਹੈ। ਤੇ ਜਿਹੜਾ ਜਾਨਵਰ ਖਰੀਦਦਾ ਉਹ ਸਮਝੋ ਤੁਹਾਡੀ ਬਚਤ ਦੀ ਬਚਤ ਹੈ ਉਵੇਂ ਸਾਰੀ। ਅੱਗੋਂ ਜਾਨਵਰ ਦੇ ਬੱਚੇ ਜਿਹੜੇ ਵੱਛੀ ਵੱਛਾ ਕੱਟੀ ਕੱਟਾ, ਉਹ ਤੁਹਾਡੀ ਸਮਝੋ ਵੱਖਰੀ ਕਮੇਟੀ ਹੈ, ਉਹਦੀ ਲਾਗ ਨਾਲ ਬਚਤ ਹੈ। ਠੀਕ ਹੈ। ਅੱਛਾ ਅਸਦ ਭਾਈ, ਜਰਾ ਮਜ਼ੀਦ ਇਸ ਗੱਲ ਨੂੰ ਕਲੀਅਰ ਕਰ ਲੈਂਦੇ ਆ ਕਿ ਇੱਕ ਬੰਦਾ 30 ਲੱਖ ਰੁਪਏ ਦੇ ਜਾਨਵਰ ਪਾਉਂਦਾ ਹੈ ਔਰ 10 ਲੱਖ ਉੱਤੇ ਲਗਾ ਲੈਂਦਾ ਡੇਰਾ ਸ਼ੇਰਾ ਬਣਾਉਣ ਤੇ, ਆਰਜ਼ੀ ਜਿਹਾ ਚਲੋ ਕਹਿ ਲਓ ਜਾਂ ਫਿਰ ਥੋੜਾ ਦਰਮਿਆਨਾ ਕਹਿ ਲਓ, ਔਰ ਬਾਕੀ ਚੀਜ਼ਾਂ ਵੀ ਉਹ ਲੈ ਲੈਂਦਾ। ਘੱਟ ਤੋਂ ਘੱਟ 40 ਔਰ ਜ਼ਿਆਦਾ ਤੋਂ ਜ਼ਿਆਦਾ 50 ਲੱਖ ਅਗਰ ਲੱਗ ਜਾਂਦਾ ਉਹਦਾ, ਹੁਣ ਉਹ 50 ਲੱਖ ਕਦੋਂ ਵਾਪਸ ਆਏਗਾ ਔਰ ਕਿਸ ਤਰ੍ਹਾਂ ਵਾਪਸ ਆਏਗਾ? ਦੇਖੋ ਨਾ, ਹੁਣ ਬੰਦਾ ਆਖੇ ਮੈਂ 10 ਹੀ ਮੱਝਾਂ ਲਈਆਂ 10 ਹੀ ਲਈ ਰੱਖਾਂ, ਉਸ ਤਰ੍ਹਾਂ ਫਿਰ ਜੇ ਤਾਂ ਮੱਝਾਂ ਟੱਪ ਜਾਂਦੀਆਂ ਫਿਰ ਤੁਹਾਨੂੰ ਨੁਕਸਾਨ ਹੋਏਗਾ। ਠੀਕ ਹੈ। ਇਹ ਤੁਹਾਨੂੰ ਚਾਹੀਦਾ ਮਤਲਬ ਮੱਝ ਟੱਪੀ ਹੈ ਤਾਂ ਉਹਦੀ ਜਗ੍ਹਾ ਨਵੀਂ ਮੱਝ ਪਾ ਲਓ ਵਿੱਚ। ਸਹੀ ਹੋ ਗਿਆ। ਮੱਝ ਦੁੱਧ ਦੇਣਾ ਛੱਡ ਗਈ ਹੈ, ਉਹਦੀ ਜਗ੍ਹਾ ਤੇ ਨਵੀਂ ਮੱਝ ਵਿੱਚ ਇਨਵੈਸਟ ਕਰ ਲਓ। ਠੀਕ ਹੈ। ਦੁੱਧ ਦੀ ਐਵਰੇਜ ਜੇ ਬਰਕਰਾਰ ਰੱਖੋਗੇ ਆਪਣੀ, ਫਿਰ ਤੁਹਾਨੂੰ ਫਾਇਦਾ। ਜੇ ਬਰਕਰਾਰ ਨਹੀਂ ਰੱਖੋਗੇ ਫਿਰ ਤੁਹਾਨੂੰ ਲਾਸ ਹੋਏਗਾ ਇਹਦੇ ਵਿੱਚ, ਕਾਰੋਬਾਰ ਵਿੱਚ। ਠੀਕ ਹੈ। ਯਾਨੀ ਕਿ ਅਗਰ ਤੁਹਾਡੇ 10 ਡੰਗਰ ਦੁੱਧ ਦਿੰਦੇ ਨੇ 15 ਦੀ ਐਵਰੇਜ ਨਾਲ, 15 ਕਿਲੋ ਦੀ ਐਵਰੇਜ ਨਾਲ 150 ਲੀਟਰ ਹੋ ਗਿਆ। 150 ਲੀਟਰ ਹੋ ਗਿਆ। 150 ਲੀਟਰ ਕਿੰਨੇ ਦਾ ਵਿਕ ਜਾਏਗਾ? 1 ਮਹੀਨੇ ਦਾ 4.5 ਲੱਖ। ਭਈਆ ਕਿੰਨੇ ਪੈਸੇ ਬਣੇ? ਇਹ 4.5 ਲੱਖ ਰੁਪਇਆ ਬਣ ਗਿਆ। 4.5 ਲੱਖ 1 ਮਹੀਨੇ ਦੀ ਇਨਕਮ ਆ ਰਹੀ ਹੈ। ਬਿਲਕੁਲ। ਇਹਦੇ ਚ ਲਾਗਤ ਕਿੰਨੀ ਹੈ ਔਰ ਬਚਤ ਕਿੰਨੀ ਹੈ? ਲਾਗਤ ਤਕਰੀਬਨ ਜ਼ਿਆਦਾ
बेहतरीन करो तो फिर थोड़ा ज्यादा से ज्यादा 1.5 लाख रुपया होएगा लागत। ਤੇ ਬਚਤ ਕਿੰਨੀ ਆ ਗਈ 3 ਲੱਖ रुपया बचत आ गई। ਅਗਰ ਸਾਨੂੰ 1 ਮਹੀਨੇ ਦੀ 3 ਲੱਖ ਬਚਤ ਆਂਦੀ ਹੈ ਬਿਲਕੁਲ, ਤੇ ਇਹਦਾ ਮਤਲਬ ਹੈ ਕਿ ਇਹ ਪੈਸੇ ਸਾਡੇ ਸਾਲ ਵਿੱਚ ਪੂਰੇ ਹੋ ਜਾਂਦੇ ਨੇ। ਔਰ ਬਾਕੀ ਜੋ ਵੀ ਅਸੀਂ ਬਣਾਇਆ ਹੈ ਉਹ ਸਭ ਕੁਝ ਬਚਤ ਦੇ ਵਿੱਚ, ਉਹ ਬਚਤ ਦੇ ਵਿੱਚ। ਹਾਂਜੀ। ਔਰ ਜਦੋਂ ਮੱਝਾਂ ਸੁੱਕਣ ਤੇ ਆਣ, ਹਾਂਜੀ, ਜਦੋਂ ਮੱਝਾਂ ਜੀ ਨਵੀਂ ਮੱਝ ਸ਼ਾਮਲ ਕਰੋ। ਇਹ ਨਹੀਂ ਮਤਲਬ ਉਹਨਾਂ ਤੇ ਗੁਜ਼ਾਰਾ ਕਰੋ। ਯਾਨੀ ਤੁਸੀਂ ਇਹ ਸਮਝਾਉਣਾ ਚਾਹ ਰਹੇ ਹੋ ਕਿ ਜਿਹੜਾ ਬੰਦਾ ਇਹ ਕੰਮ ਕਰਨਾ ਚਾਹੁੰਦਾ ਹੈ ਉਹ ਇਹ ਜ਼ਿਹਨ ਵਿੱਚ ਰੱਖੇ ਕਿ ਜਦੋਂ ਮੇਰੀ ਮੱਝਾਂ ਦਾ ਦੁੱਧ ਘਟਣਾ ਹੈ ਮੈਂ ਨਾਲ ਨਵੀਆਂ ਮੱਝਾਂ ਪਾਣੀਆਂ ਨੇ ਤਾਂ ਕਿ ਇੱਕ ਸਾਈਕਲ ਚੱਲ ਪਏ, ਇੱਕ ਰੂਟੀਨ ਬਣ ਪਏ। ਬਿਲਕੁਲ, ਇੱਕ ਰੂਟੀਨ ਸੈਟ ਰਵੇ, ਐਵਰੇਜ ਠੀਕ ਰਵੇ ਸਾਰਾ ਸਾਲ। ਠੀਕ ਹੋ ਗਿਆ ਜ਼ਬਰਦਸਤ। ਅੱਛਾ ਅਸਦ ਭਾਈ, ਆਖਰ ਤੇ ਸਾਨੂੰ ਇਹ ਮਸ਼ਵਰਾ ਦਵੋ ਕਿ ਜਿਹੜੇ ਲੋਕ ਸ਼ਹਿਰਾਂ ਵਿੱਚ ਨੇ ਜਾਂ ਉਹਨਾਂ ਇਲਾਕਿਆਂ ਵਿੱਚ ਨੇ ਜਿਨ੍ਹਾਂ ਵਿੱਚ ਪੱਠਾ ਘੱਟ ਹੁੰਦਾ ਹੈ, ਬਿਲਕੁਲ ਮੁੱਲ ਦਾ ਪੱਠਾ ਲੈ ਕੇ ਮੁੱਲ ਦੀ ਜ਼ਮੀਨ ਤੇ ਇਹ ਕਾਰੋਬਾਰ ਕੀਤਾ ਜਾ ਸਕਦਾ ਹੈ? ਇਹ ਫਿਰ ਬੜਾ ਮਤਲਬ ਖਰਚਾ ਜ਼ਿਆਦਾ ਹੋ ਜਾਂਦਾ ਹੈ, ਮਤਲਬ ਨਫਾ ਬਹੁਤ ਕਮ ਹੋ ਜਾਂਦਾ ਹੈ। ਲੇਕਿਨ ਨਫਾ ਫੇਰ ਵੀ ਹੁੰਦਾ ਸਹੀ ਹੈ, ਪਰ ਕਮ ਹੁੰਦਾ ਹੈ। ਲੇਕਿਨ ਅਗਰ ਅਸੀਂ ਉਹਨੂੰ ਇਹ ਵੇਖੀਏ ਕਿ ਇੱਕ ਬੰਦਾ ਲਾਹੌਰ ਸ਼ਹਿਰ ਵਿੱਚ ਜਾਂ ਕਿਸੇ ਬੜੇ ਵੱਡੇ ਸ਼ਹਿਰ ਵਿੱਚ ਉੱਥੇ 130 140 150 ਦੁੱਧ ਦੇ, ਤੇ ਫਿਰ ਉਹਦੀ ਐਵਰੇਜ ਉੱਥੇ ਨਹੀਂ ਆਈ ਜਾਂਦੀ? ਫਿਰ ਵੀ ਫਰਕ ਪੈ ਜਾਂਦਾ ਜ਼ਰੂਰ। ਜਿਹੜਾ ਵੇਖੋ ਨਾ, ਪੱਠਾ ਤੁਸੀਂ ਮੁੱਲ ਦਾ ਖਰੀਦਣਾ ਹੈ, ਹਵੇਲੀ ਦਾ ਕਿਰਾਇਆ ਦੇਣਾ ਹੈ, ਠੀਕ ਹੈ, ਬਿਜਲੀ ਦਾ ਖਰਚਾ, ਮਤਲਬ ਮੁਲਾਜ਼ਮ ਦਾ ਖਰਚਾ, ਸਭ ਕੁਝ ਖਰਚਾ ਹੋਣਾ ਹੈ। ਇੱਥੇ ਜ਼ਮੀਨ ਤੁਹਾਡੀ ਆਪਣੀ ਹੋਣੀ ਹੈ, ਬੰਦਿਆਂ ਦਾ ਵੀ ਖਰਚਾ ਘੱਟ ਜੀ। ਤੇ ਇਸ ਤਰ੍ਹਾਂ ਐਵਰੇਜ ਉੱਥੇ ਵੇਖੋ ਨਾ, ਐਵਰੇਜ ਦਾ ਬੜਾ ਫਰਕ ਪੈ ਜਾਂਦਾ। ਲੇਕਿਨ ਜਿਹੜੀ ਤੁਸੀਂ ਗੱਲ ਦੱਸੀ ਉਹਦਾ ਨਿਚੋੜ ਨਿਕਲਿਆ ਕਿ ਭਾਵੇਂ ਤੁਸੀਂ ਮੁੱਲ ਦੇ ਪੱਠਿਆਂ ਤੋਂ ਕੰਮ ਕਰੋ ਤੇ ਭਾਵੇਂ ਆਪਣੇ ਪੱਠਿਆਂ ਦਾ ਕੰਮ ਕਰੋ, ਬਚਤ ਬਹੁਤ ਬਿਹਤਰੀਨ ਇਸ ਟਾਈਮ ਬਿਹਤਰੀਨ ਕਾਰੋਬਾਰ ਹੈ। ਠੀਕ ਹੈ, ਜੇ ਉੱਤੇ ਖੁਦ ਰਵੋ ਆਪਣੀ ਜ਼ਿੰਮੇਵਾਰੀ ਤੇ, ਜੇ ਮੁਲਾਜ਼ਮਾਂ ਦੀ ਜ਼ਿੰਮੇਵਾਰੀ ਤੇ ਕਰੋ ਤੇ ਤੁਹਾਨੂੰ ਕੋਈ ਫਾਇਦਾ ਨਹੀਂ ਇਸ ਕਾਰੋਬਾਰ ਵਿੱਚ। ਠੀਕ ਹੋ ਗਿਆ ਜ਼ਬਰਦਸਤ ਜੀ। ਔਰ ਆਖਰ ਤੇ ਆਪਣਾ ਨੰਬਰ ਸ਼ੇਅਰ ਕਰ ਦਿਓ। मेरा पिंड मदरसा चट्ठा नियर अलीपुर चट्ठा, नंबर 0304 49 58 909। अगर कोई बंदा मशवरा लेना चाहे तो पुछ सकता है, जंग डंगरां दे हवाले नाल। जबरदस्त जी, बहुत शुक्रिया जी। तुहाडा भी शुक्रिया बहुत ज्यादा।